ਹੈਲੋ एवरीवन ਵੈਲਕਮ ਟੂ ਸਟੇ ਸ਼ੌਕਤ ਸਟੇ ਬਿਕਮਸ ਈਜ਼ੀਅਰ। ਸੋ ਅੱਜ ਆਪਾਂ ਕਰਨ ਵਾਲੇ ਹਾਂ ਜੀ ਸਟੇजेस ਆਫ ਡਿਵੈਲਪਮੈਂਟ। ਇਸ ਤੋਂ ਪਹਿਲਾਂ ਗਰੋਥ ਔਰ ਡਿਵੈਲਪਮੈਂਟ ਦੇ ਦੋ ਲੈਕਚਰਸ ਆਪਾਂ ਆਲਰੇਡੀ ਲਗਾ ਚੁੱਕੇ ਹਾਂ, ਉਹਨਾਂ ਦੀ ਵੀਡੀਓ ਦਾ ਲਿੰਕ ਤੁਹਾਨੂੰ ਆਈ ਬਟਨ ਤੇ ਕਲਿੱਕ ਕਰਕੇ ਮਿਲ ਜਾਏਗਾ। ਸੋ ਅੱਜ ਹੈਗਾ ਜੀ ਆਪਣਾ ਥਰਡ ਲੈਕਚਰ, ਜਿਸ ਦੇ ਵਿੱਚ ਆਪਾਂ ਗੱਲ ਕਰਨ ਵਾਲੇ ਜੀ ਸਟੇजेस ਆਫ ਡਿਵੈਲਪਮੈਂਟ ਦੀ। ਹਾਂਜੀ, ਸੋ ਸਟੇजेस ਆਫ ਡਿਵੈਲਪਮੈਂਟ ਦੀ ਗੱਲ ਕਰ ਲਈਏ ਤਾਂ ਆਪਣੇ ਕੋਲ ਹੁੰਦਾ ਜੀ ਪ੍ਰੀਨੇਟਲ ਪੀਰੀਅਡ। ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਆਪਣੇ ਕੋਲ ਹੁੰਦਾ ਜੀ ਇਨਫੈਂਸੀ ਸਟੇਜ, ਫਿਰ ਹੁੰਦਾ ਚਾਈਲਡਹੁੱਡ ਸਟੇਜ ਐਂਡ ਉਸ ਤੋਂ ਬਾਅਦ ਹੁੰਦਾ ਜੀ ਅਡੋਲਸੈਂਸ ਐਂਡ ਅਡੋਲਸੈਂਸ ਤੋਂ ਬਾਅਦ ਹੁੰਦੀ ਹੈ ਅਡਲਟਹੁੱਡ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲਈ ਜੀ ਪ੍ਰੀਨੇਟਲ ਪੀਰੀਅਡ ਦੀ। ਤੇ ਪ੍ਰੀਨੇਟਲ ਪੀਰੀਅਡ ਜਿਸ ਨੂੰ ਆਪਾਂ ਗਰਭ ਅਵਸਥਾ ਵੀ ਕਹਿੰਦੇ ਆ। ਸੋ ਇਹ ਹੁੰਦੀ ਹੈ ਜੀ ਟੋਟਲ 40 ਵੀਕਸ ਦੀ, ਅਪਰੋਕਸ 40 ਵੀਕਸ ਦੀ ਇਹ ਹੁੰਦੀ ਹੈ। ਇਹਦੇ ਅੱਗੇ ਵੀ 3 ਸਟੇजेस ਹੁੰਦੀਆਂ ਨੇ, ਜਿਹਦੇ ਵਿੱਚ ਸਭ ਤੋਂ ਪਹਿਲੀ ਸਟੇਜ ਹੁੰਦੀ ਹੈ ਜਰਮੀਨਲ, 0 to 2 ਵੀਕਸ ਤੱਕ ਹੁੰਦੀ ਹੈ। ਦੂਸਰੀ ਹੁੰਦੀ ਹੈ ਜੀ ਐਮਬ੍ਰੋਨਿਕ, ਇਹ 3 ਤੋਂ 8 ਵੀਕਸ ਦੀ ਹੁੰਦੀ ਹੈ। ਤੇ ਥਰਡ ਹੈਗੀ ਹੈ ਜੀ ਆਪਣੇ ਪਾਸ ਫੈਟਲ, ਜੋ 9 ਵੀਕਸ ਤੋਂ ਲੈ ਕੇ ਬਰਥ ਤੱਕ ਦਾ ਜਿਹੜਾ ਪੀਰੀਅਡ ਹੈ ਉਸਨੂੰ ਆਪਾਂ ਫੈਟਲ ਪੀਰੀਅਡ ਕਹਿੰਦੇ ਹਾਂ। ਸੋ ਪ੍ਰੀਨੇਟਲ ਪੀਰੀਅਡ ਦੇ ਅੱਗੇ 3 ਸਟੇਜ ਨੇ, ਜਰਮੀਨਲ, ਐਮਬ੍ਰੋਨਿਕ ਤੇ ਫੈਟਲ। ਸੋ ਇਹ ਹੋ ਗਈ ਜੀ ਪ੍ਰੀਨੇਟਲ ਪੀਰੀਅਡ, ਟੋਟਲ ਜਿਹੜਾ ਹੈ 40 ਵੀਕਸ ਦਾ ਹੁੰਦਾ ਹੈ। ਉਸ ਤੋਂ ਬਾਅਦ ਗੱਲ ਕਰ ਲੈਂਦੇ ਜੀ ਆਪਾਂ ਇਨਫੈਂਸੀ ਸਟੇਜ ਦੀ, ਜਿਸ ਨੂੰ ਪਿਆਜੇ ਨੇ ਸੈਂਸਰੀ ਮੋਟਰ ਸਟੇਜ ਵੀ ਕਿਹਾ ਗਿਆ, ਤੇ 0 ਤੋਂ 2 ਸਾਲ ਤੱਕ ਦਾ ਇਹ ਸਟੇਜ ਹੁੰਦੀ ਹੈ। ਸੋ ਤੁਸੀਂ ਇਹਦਾ ਨਾਮ ਯਾਦ ਰੱਖਣਾ ਜੀ, ਇਨਫੈਂਸੀ ਸਟੇਜ, ਇਸ ਨੂੰ ਆਪਾਂ ਸੈਂਸਰੀ ਮੋਟਰ ਸਟੇਜ ਵੀ ਕਹਿੰਦੇ ਹਾਂ। ਤੇ ਇਹਦਾ ਟਾਈਮ ਪੀਰੀਅਡ ਤੁਸੀਂ ਯਾਦ ਰੱਖਿਓ 0 to 2 ਇਅਰਸ। ਸੋ ਇਨਫੈਂਸੀ ਸਟੇਜ ਕਿਹੜਾ ਹੁੰਦਾ ਜੀ, ਬਰਥ ਤੋਂ ਲੈ ਕੇ 2 ਸਾਲ ਤੱਕ ਦਾ ਜਿਹੜਾ ਸਮਾਂ ਹੁੰਦਾ, ਤੇ ਉਸ ਨੂੰ ਸੈਂਸਰੀ ਮੋਟਰ ਸਟੇਜ ਵੀ ਪਿਆਜੇ ਨੇ ਬੋਲਿਆ। ਕੀ ਹੁੰਦਾ ਇਸ ਦੇ ਵਿੱਚ, ਇੱਕ ਸਭ ਤੋਂ ਜ਼ਿਆਦਾ ਤਾਂ ਜਦੋਂ ਇਹ ਬਰਥ ਹੁੰਦਾ ਤੇ 2 ਸਾਲ ਹੁੰਦੇ ਹੁੰਦੇ ਤੱਕ ਇੱਕ ਤਾਂ ਬੱਚੇ ਦੇ ਵਿੱਚ ਸਭ ਤੋਂ ਜ਼ਿਆਦਾ ਉਸਦੀ ਫਿਜ਼ੀਕਲ ਗਰੋਥ ਹੁੰਦੀ ਹੈ, ਕਿਉਂਕਿ ਉਸਦਾ ਸਾਈਜ਼, ਉਸਦੀ ਸ਼ੇਪ, ਉਸਦਾ ਵੇਟ ਜਿਹੜਾ ਉਹ ਇਨਕਰੀਜ਼ ਹੋਣ ਲੱਗਦਾ ਹੈ। ਸੈਲਸ ਜਿਹੜੇ ਉਸਦੇ ਲਾਰਜਰ ਹੁੰਦੀਆਂ, ਜਿਹੜਾ ਹੈ ਉਹ ਆਪਣੀ ਹੈਡ ਨੂੰ ਸਟ੍ਰੇਟ ਕਰਨ ਦੀ ਕੋਸ਼ਿਸ਼ ਕਰਦਾ, ਯਾਨੀ ਕਿ ਸਿਰ ਨੂੰ ਸਿੱਧਾ ਰੱਖ ਕੇ ਬੈਠਣ ਦੀ, ਤੁਰਨ ਦੀ, ਖੜੇ ਰਹਿਣ ਦੀ, ਕਰੋਲ ਕਰਨ ਦੀ, ਇੱਥੇ ਹੈਗਾ ਜੀ ਰੋਲ ਓਵਰ ਕਰਨ ਦੀ ਕੋਸ਼ਿਸ਼ ਜਿਹੜਾ ਉਹ ਕਰਦਾ ਤੇ ਤੁਰਨ ਦੀ ਕੋਸ਼ਿਸ਼ ਕਰਦਾ। ਸੋ ਉਸਦੇ ਵਿੱਚ ਫਿਜ਼ੀਕਲ ਗਰੋਥ ਜਿਹੜੀ ਆ ਬਹੁਤ ਰੈਪਿਡ ਦੇਖਣ ਨੂੰ ਮਿਲਦੀ ਹੈ। ਉਸਦਾ ਹਰ ਇੱਕ ਚੀਜ਼ ਜਿਹੜੀ ਹੈ, ਸਾਈਜ਼, ਸ਼ੇਪ, ਹਾਈਟ, ਹਰ ਇੱਕ ਚੀਜ਼ ਜਿਹੜੀ ਇੱਥੇ ਇਨਕਰੀਜ਼ ਹੁੰਦੀ ਹੈ। ਉਹ ਉੱਠਣਾ, ਬੈਠਣਾ, ਰੁੜਨਾ, ਰੋਲ ਕਰਨਾ, ਤੁਰਨਾ, ਇਹ ਸਾਰੀ ਚੀਜ਼ਾਂ ਜਿਹੜੀ ਸਟੇਜ ਦੇ ਵਿੱਚ ਸਿੱਖਦਾ ਹੈ। ਲੈਂਗੁਏਜ ਡਿਵੈਲਪਮੈਂਟ ਜਿਹੜੀ ਸਟਾਰਟ ਹੋ ਜਾਂਦੀ ਹੈ ਇਸ ਸਟੇਜ ਦੇ ਵਿੱਚ, ਹਾਲਾਂਕਿ ਸਿਰਫ ਸਟਾਰਟ ਹੀ ਹੁੰਦੀ ਹੈ ਇੱਥੇ ਇਸ ਸਟੇਜ ਦੇ ਵਿੱਚ। ਸਿਰਫ ਜਿਹਨੂੰ ਆਪਾਂ ਬੈਬਲਿੰਗ ਕਹਿ ਦਿੰਦੇ ਹਾਂ, ਮਾਂ, ਬਾਬਾ, ਇਹ ਸਭ ਚੀਜ਼ਾਂ ਜਿਹੜੀਆਂ ਉਹ ਇੱਕ ਬੱਚਾ ਜਿਹੜਾ ਕਰਨੀਆਂ ਸ਼ੁਰੂ ਕਰਦਾ ਹੈ। ਡਿਪੈਂਡੈਂਟ ਟੋਡਲਰ ਤੋਂ ਇੱਕ ਐਕਟਿਵ ਚਾਈਲਡ ਬਣਦਾ ਹੈਗਾ, ਕਿਉਂਕਿ ਤੁਸੀਂ ਦੇਖ ਸਕਦੇ ਹੋ ਜਦੋਂ ਬਰਥ ਹੁੰਦਾ ਤਦੋਂ ਬਿਲਕੁਲ ਡਿਪੈਂਡੈਂਟ ਹੁੰਦਾ, ਉਹ ਦੂਸਰਿਆਂ 'ਤੇ ਡਿਪੈਂਡੈਂਟ ਹੁੰਦਾ ਆਪਣੀ ਹਰ ਇੱਕ ਚੀਜ਼ ਦੇ ਲਈ। ਲੇਕਿਨ 2 ਸਾਲ ਤੱਕ ਹੁੰਦਾ ਜਿਹੜਾ ਖੁਦ ਤੋਂ ਬੈਠਣਾ, ਉੱਠਣਾ ਜਿਹੜਾ ਉਹ ਸਿੱਖ ਜਾਂਦਾ। ਸੋ ਉਸ ਤੋਂ ਡਿਪੈਂਡੈਂਟ ਤੋਂ ਐਕਟਿਵ ਚਾਈਲਡ ਜਿਹੜਾ ਉਹ ਬਣਦਾ ਇਸ ਸਟੇਜ ਦੇ ਵਿੱਚ। ਇਸੇ ਸਟੇਜ ਨੂੰ ਟੋਏ ਏਜ ਵੀ ਜਿਹੜਾ ਕਿਹਾ ਜਾਂਦਾ ਹੈ। ਦੇਖੋ ਇਸ 'ਤੇ ਕੁਐਸਚਨ ਬਹੁਤ ਆਉਂਦਾ ਕਿ ਟੋਏ ਏਜ ਕਿਸ ਨੂੰ ਕਿਹਾ ਜਾਂਦਾ ਹੈ। ਵੈਸੇ ਤਾਂ ਟੋਏ ਏਜ ਜਿਹੜਾ ਹੈ, ਟੋਏ ਏਜ ਇੱਕ ਕੰਟੀਨਿਊ ਰਹਿੰਦੀ ਹੈ, ਇਨਫੈਂਸੀ ਤੋਂ ਲੈ ਕੇ ਚਾਈਲਡਹੁੱਡ ਤੱਕ ਇਹ ਟੋਏ ਏਜ ਜਿਹੜੀ ਕੰਟੀਨਿਊ ਰਹਿੰਦੀ ਹੈ। ਬਟ ਤੁਹਾਨੂੰ ਮੈਟਰ ਕਰਦਾ ਕਿ ਤੁਹਾਡੇ ਪਾਸ ਕੁਐਸਚਨ ਦੇ ਵਿੱਚ ਆਪਸ਼ਨ ਕਿਹੜੇ ਹੈਗੇ ਆ, ਕਿਉਂਕਿ ਅਗਰ ਆਪਾਂ ਗੱਲ ਕਰ ਲਈਏ ਜੀ ਪੀਐਸ ਟੈਟ ਜੋ ਲਾਸਟ ਹੋਇਆ ਸੀਗਾ, ਪੀਐਸ ਟੈਟ 2018, ਉਹਦੇ ਵਿੱਚ ਜਿਹੜਾ ਹੈ ਇਨਫੈਂਸੀ ਸਟੇਜ ਮੈਂਸ਼ਨ ਨਹੀਂ ਸੀ, ਤਾਂ ਉੱਥੇ ਟੋਏ ਏਜ ਉਹਨਾਂ ਨੇ ਅਰਲੀ ਚਾਈਲਡਹੁੱਡ ਨੂੰ ਟੋਏ ਏਜ ਮੰਨਿਆ ਸੀ। ਕਿਉਂਕਿ ਇਨਫੈਂਸੀ ਔਰ ਅਰਲੀ ਚਾਈਲਡਹੁੱਡ ਦਾ ਜਿਹੜਾ ਏਜ ਹੈਗਾ ਜੀ, ਇਨਫੈਂਸੀ ਤੋਂ ਲੈ ਕੇ ਅਰਲੀ ਚਾਈਲਡਹੁੱਡ ਤੱਕ, ਤਾਂ ਉੱਥੇ ਜਿਹੜੀ ਹੈ ਇਹ ਟੋਏ ਏਜ ਜਿਹੜੀ ਕੰਟੀਨਿਊ ਰਹਿੰਦੀ ਹੈ। ਕੋਈ ਇਹ ਨਹੀਂ ਹੈ ਕਿ ਬਸ 2 ਸਾਲ ਤੱਕ ਦਾ ਬੱਚਾ ਹੀ ਟੋਏ ਨਾਲ ਖੇਲੇਗਾ ਐਂਡ ਅਰਲੀ ਚਾਈਲਡਹੁੱਡ ਦਾ ਬੱਚਾ ਟੋਇਜ਼ ਨਾਲ ਨਹੀਂ ਖੇਲਦਾ, ਇਹਦਾ ਨਹੀਂ ਹੁੰਦਾ। ਸੋ ਟੋਏ ਜਿਹੜੀ ਉਹ ਕੰਟੀਨਿਊ ਹੀ ਰਹਿੰਦੀ ਹੈ। ਸੋ ਅਕੋਰਡਿੰਗ ਟੂ ਆਪਸ਼ਨਸ ਵੀ ਤੁਹਾਨੂੰ ਉੱਥੇ ਟਿਕ ਕਰਨਾ ਹੁੰਦਾ ਹੈਗਾ। ਸੋ ਟੋਏ ਏਜ ਕਈਆਂ ਨੇ ਇਨਫੈਂਸੀ ਸਟੇਜ ਨੂੰ ਵੀ ਮੰਨਿਆ ਔਰ ਅਰਲੀ ਚਾਈਲਡਹੁੱਡ ਤੱਕ ਜਿਹੜੀ ਚੀਜ਼ ਕੰਟੀਨਿਊ ਰਹਿੰਦੀ ਹੈ। ਨੈਕਸਟ ਆਪਾਂ ਕਰਦੇ ਹਾਂ ਜੀ, ਸੋ ਆਪਣੇ ਅੱਗੇ ਸੈਕਿੰਡ ਸਟੇਜ ਆ ਜਾਂਦੀ ਹੈ ਚਾਈਲਡਹੁੱਡ ਸਟੇਜ। ਚਾਈਲਡਹੁੱਡ ਅੱਗੇ 2 ਸਟੇजेस ਦੇ ਵਿੱਚ ਡਿਵਾਈਡਡ ਹੈ। ਸਭ ਤੋਂ ਪਹਿਲਾਂ ਅਰਲੀ ਚਾਈਲਡਹੁੱਡ ਤੇ ਦੂਸਰੀ ਹੁੰਦੀ ਹੈ ਜੀ ਆਪਣੀ ਲੇਟਰ ਚਾਈਲਡਹੁੱਡ। ਅਰਲੀ ਚਾਈਲਡਹੁੱਡ ਦੀ ਗੱਲ ਕਰ ਲਈਏ ਜੋ 2 ਤੋਂ 6 ਸਾਲ ਤੱਕ ਦੀ ਹੁੰਦੀ ਹੈ, ਕਿਸੇ ਬੁੱਕਸ ਨੂੰ ਇਹ 2 ਤੋਂ 7 ਸਾਲ ਤੱਕ ਮਿਲ ਸਕਦੀ ਹੈ। ਸੋ ਪ੍ਰੀ ਆਪਰੇਸ਼ਨਲ ਸਟੇਜ ਇਸ ਨੂੰ ਪਿਆਜੇ ਨੇ ਬੋਲਿਆ ਹੈ। ਪਿਆਜੇ ਦੀ ਸਟੇजेस ਮੈਂ ਤੁਹਾਨੂੰ ਨਾਲ ਕਰਵਾ ਰਹੀ ਹਾਂ ਤਾਂ ਕਿ ਤੁਹਾਨੂੰ ਕਨਫਿਊਜ਼ਨ ਨਾ ਹੋਵੇ, ਕਿਉਂਕਿ ਇੱਕ ਪਾਸੇ ਤੁਸੀਂ ਸਾਰੀ ਇਨਫੈਂਸੀ, ਚਾਈਲਡਹੁੱਡ ਇਹ ਸਭ ਚੀਜ਼ਾਂ ਪੜ੍ਹਦੇ ਹੋ, ਜਦੋਂ ਆਪਾਂ ਪਿਆਜੇ ਦੀ ਥਿਊਰੀ ਪੜ੍ਹਦੇ ਹਾਂ ਤਾਂ ਉੱਧਰ ਆਪਾਂ ਇਸ ਨੂੰ ਸੈਂਸੀ ਮੋਟਰ, ਪ੍ਰੀ ਆਪਰੇਸ਼ਨਲ, ਇਹ ਸਾਰੀ ਸਟੇजेस ਪੜ੍ਹਦੇ ਹੋ। ਤਾਂ ਕਨਫਿਊਜ਼ਨ ਨਾ ਹੋਵੇ ਤਾਂ ਇਸ ਚੀਜ਼ ਲਈ ਮੈंने ਇਹ ਸਾਰੀਆਂ ਸਟੇजेस ਜਿਹੜੀਆਂ ਨਾਲ ਹੀ ਲਿਖ ਦਿੱਤੀਆਂ, ਤਾਂ ਕਿ ਤੁਹਾਨੂੰ ਪਤਾ ਚੱਲਦਾ ਰਹੇ ਕਿ ਕਿਹੜੀ ਏਜ ਨੂੰ ਜਿਹੜਾ ਹੈ ਉਹ ਪਿਆਜੇ ਨੇ ਕੀ ਨਾਮ ਦਿੱਤਾ ਹੈ। ਤਾਂ ਇਨਫੈਂਸੀ ਨੂੰ ਸੈਂਸਰੀ ਮੋਟਰ ਦਿੱਤਾ ਸੀ ਔਰ ਅਰਲੀ ਚਾਈਲਡਹੁੱਡ ਨੂੰ ਪ੍ਰੀ ਆਪਰੇਸ਼ਨਲ ਸਟੇਜ ਆਪਾਂ ਕਹਿ ਸਕਦੇ ਹਾਂ। ਪ੍ਰੀ ਸਕੂਲ ਏਜ ਇਸ ਨੂੰ ਕਿਹਾ ਜਾਂਦਾ ਹੈ, ਪ੍ਰੀ ਗੈਂਗ ਏਜ ਇਸ ਨੂੰ ਕਿਹਾ ਜਾਂਦਾ ਹੈ, ਕਿਉਂਕਿ ਸਕੂਲ ਜਾਣ ਤੋਂ ਪਹਿਲਾਂ ਦਾ ਇੱਕ ਜਿਹੜਾ ਹੈ ਇਹ ਟਾਈਮ ਪੀਰੀਅਡ ਹੁੰਦਾ ਜਿਸ ਦੇ ਵਿੱਚ ਕਈ ਕ੍ਰਚ ਦੇ ਵਿੱਚ ਬੱਚਿਆਂ ਨੂੰ ਭੇਜਦੇ ਨੇ, ਤਾਂ ਜਾਂ ਆਪਣੇ ਸਰਕਾਰੀ ਆਂਗਣਵਾੜੀਆਂ ਬਣੀਆਂ ਹੁੰਦੀਆਂ ਨੇ ਉੱਥੇ ਜਿਹੜਾ ਬੱਚਿਆਂ ਨੂੰ ਭੇਜਿਆ ਜਾਂਦਾ ਹੈ। ਪ੍ਰੀ ਗੈਂਗ ਏਜ ਇਸ ਨੂੰ ਕਿਹਾ ਜਾਂਦਾ ਹੈ, ਤੇ ਪਲੇ ਏਜ ਵੀ ਜਿਹੜਾ ਇਸ ਨੂੰ ਕਿਹਾ ਜਾਂਦਾ। ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਟੋਏ ਏਜ ਜਾਂ ਪਲੇ ਏਜ ਜਿਹੜਾ ਇਸ ਨੂੰ ਕਿਹਾ ਜਾਂਦਾ ਹੈ। ਸੋ ਅਕੋਰਡਿੰਗ ਟੂ ਆਪਸ਼ਨ ਵੀ ਤੁਹਾਨੂੰ ਉੱਥੇ ਟਿਕ ਕਰਨਾ ਹੁੰਦਾ ਹੈਗਾ। ਸੋ ਇਹ ਹੈਗਾ ਜੀ ਅਰਲੀ ਚਾਈਲਡਹੁੱਡ ਦੇ ਅਦਰ ਨੇਮਸ। ਇਸ ਤਰ੍ਹਾਂ ਵੀ ਤੁਹਾਨੂੰ ਕਈ ਵਾਰ ਕੁਐਸਚਨ ਪੁੱਛ ਲਿੱਤਾ ਜਾਂਦਾ ਕਿ ਪ੍ਰੀ ਗੈਂਗ ਏਜ ਕਿਸ ਨੂੰ ਕਿਹਾ ਜਾਂਦਾ ਹੈ ਜਾਂ ਪ੍ਰੀ ਸਕੂਲ ਏਜ ਕਿਸ ਨੂੰ ਕਿਹਾ ਜਾਂਦਾ ਹੈ। ਤਾਂ ਉਹ ਸਾਰੀਆਂ ਅਰਲੀ ਚਾਈਲਡਹੁੱਡ ਦੀ ਆ ਜਾਣਗੀਆਂ ਜੋ 2 ਤੋਂ 6 ਜਾਂ 2 ਤੋਂ 7 ਸਾਲ ਤੱਕ ਦੀਆਂ ਹੁੰਦੀਆਂ ਨੇ। ਇਹਦੇ ਵਿੱਚ ਕੀ ਹੁੰਦਾ, ਇਹਦੇ ਕਰੈਕਟਰਿਸਟਿਕਸ ਕੀ ਹੁੰਦੀਆਂ, ਇਸ ਦੇ ਵਿੱਚ ਇੰਡੀਪੈਂਡੈਂਟ ਬਣਨ ਦੀ ਕੋਸ਼ਿਸ਼ ਕਰਦਾ। ਇਸ ਦੇ ਵਿੱਚ ਬੱਚਾ ਜੋ ਹੈ ਉਹ ਡਿਪੈਂਡੈਂਟ ਨਾ ਹੋ ਕੇ ਹਰ ਇੱਕ ਕੰਮ ਖੁਦ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਮੈਂ ਇਹ ਕੰਮ ਖੁਦ ਕਰੂੰਗਾ। ਅਗਰ ਦੂਸਰਾ ਉਸਨੂੰ ਕੰਮ ਕਰਕੇ ਦੇ ਵੀ ਰਿਹਾ ਹੁੰਦਾ ਤਦ ਵੀ ਉਹ ਕਹਿੰਦੇ ਕਿ ਨਹੀਂ ਇਹ ਕੰਮ ਮੈਂ ਖੁਦ ਕਰੂੰਗਾ। ਤੁਸੀਂ ਦੇਖਿਆ ਹੋਗਾ ਛੋਟੇ ਬੱਚੇ ਹਰ ਇੱਕ ਕੰਮ ਆਪਣਾ ਖੁਦ ਕਰਨ ਦੀ ਕੋਸ਼ਿਸ਼ ਕਰਦੇ ਨੇ। ਇੰਟਰੈਕਸ਼ਨ ਵਿਦ ਅਦਰਸ, ਯਾਨੀ ਕਿ ਆਪਣੀ ਫੈਮਿਲੀ ਨਾਲ, ਆਪਣੇ ਫੈਮਿਲੀ ਮੈਂਬਰਸ ਨੂੰ ਪਹਿਚਾਨਣ ਲੱਗ ਜਾਂਦੇ ਨੇ, ਆਪਣੀ ਸਰਾਊਂਡਿੰਗਸ ਦੇ ਨਾਲ ਇੰਟਰੈਕਸ਼ਨ ਉਹਨਾਂ ਦੀ ਵੱਧ ਜਾਂਦੀ ਹੈ। ਲੈਂਗੁਏਜ ਡਿਵੈਲਪਮੈਂਟ ਇੱਥੇ ਬਹੁਤ ਜ਼ਿਆਦਾ ਵਧੀਆ ਜਿਹੜੀ ਹੈ ਇਸ ਸਟੇਜ ਦੇ ਵਿੱਚ ਹੁੰਦੀ ਹੈ। ਕਾਫੀ ਰੈਪਿਡਲੀ ਲੈਂਗੁਏਜ ਡਿਵੈਲਪਮੈਂਟ ਹੁੰਦੀ ਹੈ ਉਹਨਾਂ ਦੀ। ਪਹਿਲਾਂ ਸਿਰਫ ਵੈਬਲਿੰਗ ਹੁੰਦੀ ਹੈ ਇਨਫੈਂਸੀ ਸਟੇਜ ਦੇ ਵਿੱਚ, ਕੁਝ ਜ਼ਿਆਦਾ ਅੱਛੇ ਤਰੀਕੇ ਨਾਲ ਨਹੀਂ ਹੁੰਦੀ, ਸਿਰਫ ਸਟਾਰਟ ਹੁੰਦੀ ਹੈ, ਲੇਕਿਨ ਅੱਛੇ ਤਰੀਕੇ ਨਾਲ ਉਹਨਾਂ ਦੀ ਜਿਹੜੀ ਲੈਂਗੁਏਜ ਡਿਵੈਲਪਮੈਂਟ ਹੁੰਦੀ ਹੈ ਉਹ ਇਸ ਲੈਵਲ 'ਤੇ ਹੁੰਦੀ ਹੈ।
ਬੈਲੈਂਸਡ ਹੋਣਾ ਉਹ ਸਿੱਖਦੇ ਹੈਗੇ। ਸਕਿੱਲਸ ਜਿਹੜੀਆਂ ਸਿੱਖ ਚੁੱਕੇ ਹੁੰਦੇ ਆ, ਲਾਈਕ ਸਿਟਿੰਗ, ਬੈਠਣਾ, ਤੁਰਨਾ, ਟੋਇਲਟ ਯੂਜ਼ ਕਰਨਾ, ਸਪੂਨ ਯੂਜ਼ ਕਰਨਾ, ਸਕਰਬਿੰਗ, ਹੈਂਡ ਆਈ ਕੋਆਰਡੀਨੇਸ਼ਨ ਉਹ ਸਿੱਖ ਜਾਂਦੇ ਆ, ਕੈਚ ਕਰਨਾ, ਲਿਖਣਾ, ਥਰੋ ਕਰਨਾ, ਦੂਸਰੇ ਨਾਲ ਕਮਿਊਨੀਕੇਸ਼ਨ ਕਰਨਾ। ਤਾਂ ਇਹ ਸਾਰੀ ਚੀਜ਼ਾਂ ਜਿਹੜੀਆਂ ਉਹ ਇਹਦੇ ਵਿੱਚ ਸਕਿੱਲਸ ਜਿਹੜੀਆਂ ਉਹ ਸਿੱਖਦੇ ਨੇ। ਫਾਈਨ ਮੋਟਰ ਸਕਿੱਲਸ ਜਿਹੜੀਆਂ ਇਹਦੇ ਵਿੱਚ ਡਿਵੈਲਪ ਹੁੰਦੀਆਂ ਨੇ, ਕਿਉਂਕਿ ਆਪਾਂ ਤੁਹਾਨੂੰ ਦੱਸਿਆ ਹੈ ਜੀ ਗ੍ਰੋਸ ਮੋਟਰ ਸਕਿੱਲ ਤੇ ਫਾਈਨ ਮੋਟਰ ਸਕਿੱਲਸ ਦੇ ਵਿੱਚ ਕੀ ਡਿਫਰੈਂਸ ਹੈ। ਇਨਫੈਂਸੀ ਸਟੇਜ ਦੇ ਵਿੱਚ ਜਿਹੜੇ ਉਹਨਾਂ ਦੀ ਗ੍ਰੋਸ ਮੋਟਰ ਸਕਿੱਲਸ ਡਿਵੈਲਪ ਹੁੰਦੀਆਂ ਨੇ, ਤੇ ਅਰਲੀ ਚਾਈਲਡਹੁੱਡ ਦੇ ਵਿੱਚ ਆ ਕੇ ਉਹਨਾਂ ਦੀ ਫਾਈਨ ਮੋਟਰ ਸਕਿੱਲਸ ਜਿਹੜੀਆਂ ਉਹ ਡਿਵੈਲਪ ਹੁੰਦੀਆਂ, ਤਦੀ ਉਹ ਕੈਚ ਕਰਨਾ ਸਿੱਖਦੇ ਆ, ਰਾਈਟ ਕਰਨਾ ਸਿੱਖਦੇ ਆ, ਲਿਖਣਾ ਸਿੱਖਦੇ ਆ। ਇਸੀ ਸਟੇਜ ਦੇ ਵਿੱਚ 90% ਬ੍ਰੇਨ ਜਿਹੜਾ ਉਹ ਡਿਵੈਲਪ ਹੋ ਜਾਂਦਾ, ਕਿਉਂਕਿ ਤੁਹਾਨੂੰ ਇਸ ਦੇ ਵਿੱਚ ਵੀ ਸੁਣਿਆ ਹੋਏਗਾ ਕਿ 5 ਸਾਲ ਦੇ ਬੱਚੇ ਦਾ 90% ਬ੍ਰੇਨ ਜਿਹੜਾ ਉਹ ਡਿਵੈਲਪ ਹੋ ਚੁੱਕਿਆ ਹੁੰਦਾ। ਹਾਂਜੀ, ਨੈਕਸਟ ਆਪਾਂ ਪੜ੍ਹਦੇ ਹਾਂ ਲੇਟਰ ਚਾਈਲਡਹੁੱਡ। ਲੇਟਰ ਚਾਈਲਡਹੁੱਡ ਜਿਹੜਾ ਹੈ ਉਹ 6 ਤੋਂ 12 ਸਾਲ ਤੱਕ ਜਿਹੜੀ ਏਜ ਹੈ, ਇਹ ਤੁਹਾਨੂੰ 7 ਤੋਂ 13 ਸਾਲ ਤੱਕ ਲਿਖੀ ਹੋਈ ਵੀ ਕਿਸੇ ਬੁੱਕਸ ਦੇ ਵਿੱਚ ਮਿਲ ਸਕਦੀ ਹੈ। ਸੋ ਲੇਟਰ ਚਾਈਲਡਹੁੱਡ ਨੂੰ ਆਪਾਂ ਕੰਕਰੀਟ ਸਟੇਜ, ਯਾਨੀ ਕਿ ਜੋ ਪਿਆਜੇ ਉਹਨਾਂ ਨੇ ਕੰਕਰੀਟ ਸਟੇਜ ਬੋਲਿਆ ਹੈ, 6 ਤੋਂ 12 ਸਾਲ ਤੱਕ ਦੀ ਏਜ ਨੂੰ ਪਿਆਜੇ ਨੇ ਕੰਕਰੀਟ ਸਟੇਜ ਬੋਲਿਆ ਹੈ। ਇਸ ਨੂੰ ਗੈਂਗ ਏਜ ਵੀ ਬੋਲਿਆ ਜਾਂਦਾ ਹੈ, ਇਸ ਨੂੰ ਸਕੂਲ ਏਜ ਵੀ ਬੋਲਿਆ ਜਾਂਦਾ ਹੈ, ਔਰ ਇਸ ਨੂੰ ਟਰਬਲਸਮ ਏਜ ਵੀ ਬੋਲਿਆ ਜਾਂਦਾ ਹੈ। ਸੋ ਇਹ ਨੇਮ ਜਿਹੜੇ ਤੁਸੀਂ ਜ਼ਰੂਰ ਯਾਦ ਰੱਖਿਓ, ਕਈ ਵਾਰ ਇਹਨਾਂ ਨੂੰ ਲੈ ਕੇ ਹੀ ਐਗਜ਼ਾਮ ਦੇ ਵਿੱਚ ਕੁਐਸਚਨ ਆਉਂਦੇ ਨੇ, ਜਿਵੇਂ ਟੋਆਏ ਏਜ ਨੂੰ ਲੈ ਕੇ ਕੁਐਸਚਨ ਅਕਸਰ ਆਉਂਦਾ ਹੈ, ਇਸੇ ਤਰ੍ਹਾਂ ਗੈਂਗ ਏਜ ਨੂੰ ਲੈ ਕੇ ਵੀ ਕੁਐਸਚਨ ਆਉਂਦਾ ਹੈ, ਟਰਬਲਸਮ ਏਜ ਨੂੰ ਲੈ ਕੇ ਵੀ ਕੁਐਸਚਨ ਆਉਂਦਾ ਹੈ। ਸੋ ਲੇਟਰ ਚਾਈਲਡਹੁੱਡ ਦਾ ਜਿਹੜਾ ਏਜ ਹੈਗਾ ਜੀ 6 ਤੋਂ 12 ਸਾਲ ਤੱਕ ਦਾ ਹੈ। ਇਸ ਨੂੰ ਸਿਗਮੰਡ ਫਰਾਇਡ ਜੋ ਸਾਈਕੋਲੋਜਿਸਟ ਹੋਇਆ, ਉਹਨਾਂ ਨੇ ਇਸ ਨੂੰ ਲੇਟੈਂਸੀ ਸਟੇਜ ਵੀ ਕਿਹਾ ਹੈ। ਇਸ ਦੇ ਵਿੱਚ ਕੀ ਹੁੰਦਾ ਕਿ ਜੋ ਸੈਕਸ਼ੂਅਲ ਐਂਡ ਅਗਰੈਸਿਵ ਅਰਜਿਸ ਹੈ ਉਹ ਰਿਪਰੈਸਡ ਰਹਿੰਦੀਆਂ ਨੇ। ਸੋ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਜਿਹੜੇ ਵੀ ਅਰਜਿਸ ਹੈਗੀਆਂ ਨੇ ਉਹ ਹੁੰਦੀਆਂ ਨੇ, ਲੇਕਿਨ ਰਿਪਰੈਸਡ ਰਹਿੰਦੀਆਂ ਨੇ। 6 ਤੋਂ 12 ਸਾਲ ਤੱਕ ਦੀ ਏਜ ਇੱਕ ਐਸੀ ਹੈ ਜਿਹਦੇ ਵਿੱਚ ਉਹ ਰਿਪਰੈਸ ਹੁੰਦੀਆਂ ਨੇ, ਯਾਨੀ ਕਿ ਦਬੀਆਂ ਹੁੰਦੀਆਂ ਨੇ। ਐਸੀਆਂ ਡਿਜ਼ਾਇਰਸ ਜਿਹੜੀਆਂ ਨੂੰ ਉਹ ਵਿਅਕਤ ਨਹੀਂ ਕਰ ਸਕਦੇ, ਜਿਸ ਨੂੰ ਉਹ ਸਾਹਮਣੇ ਜਿਹੜਾ ਕਿਸੇ ਦੇ ਪ੍ਰਗਟ ਨਹੀਂ ਕਰ ਸਕਦੇ। ਪਹਿਲਾਂ ਬੱਚੇ ਜਿਹੜੇ ਆ ਸਭ ਆਪਸ ਦੇ ਵਿੱਚ ਮਿਲ ਕੇ ਇੱਕ ਦੂਸਰੇ ਨਾਲ ਖੇਲਦੇ ਆ, ਬॉयਜ਼ ਗਰਲਸ ਸਭ ਇਕੱਠੇ ਹੀ ਖੇਲਦੇ ਆ, ਲੇਕਿਨ ਇਸ ਸਟੇਜ ਦੇ ਵਿੱਚ ਆ ਕੇ ਜਿਹੜੇ ਬੱਚੇ ਆ ਉਹ ਆਪਣੀ ਅਲੱਗ-ਅਲੱਗ ਜਿਹੜੀਆਂ ਗਰੁੱਪ ਬਣਾ ਲੈਂਦੇ ਆ, ਬॉयਜ਼ ਗਰੁੱਪ ਅਲੱਗ ਬਣ ਜਾਂਦੇ ਆ, ਗਰਲਸ ਦੇ ਗਰੁੱਪ ਅਲੱਗ ਬਣ ਜਾਂਦੇ ਆ, ਕਲਾਸਿਸ ਦੇ ਵਿੱਚੋਂ ਅਲੱਗ-ਅਲੱਗ ਹੋ ਕੇ ਬੈਠਣ ਲੱਗਦੇ ਆ, ਅਲੱਗ-ਅਲੱਗ ਖੇਲਣ ਲੱਗਦੇ ਨੇ। ਸੋ ਇਹ ਪੀਰੀਅਡ ਹੈ ਜੋ ਸ਼ੇਮ ਐਂਡ ਪ੍ਰਾਈਡ ਜਿਹੜੀ ਜਿਸ ਦੇ ਵਿੱਚ ਜਿਹੜੀ ਡਿਵੈਲਪ ਹੁੰਦੀ ਹੈ, ਇਸ ਲਈ ਇਸ ਨੂੰ ਟਰਬਲਸਮ ਏਜ ਵੀ ਜਿਹੜਾ ਕਿਹਾ ਗਿਆ। ਸ਼ੇਮ ਐਂਡ ਪ੍ਰਾਈਡ ਦਾ ਜਿਹੜਾ ਹੈ, ਤੁਹਾਨੂੰ ਇਸ ਦਾ ਕੁਐਸਚਨ ਵੀ ਦੇਖਿਆ ਹੋਏਗਾ। ਸ਼ੇਮ ਐਂਡ ਪ੍ਰਾਈਡ ਦੀ ਜਿੱਥੇ ਜਿਸ ਏਜ ਦੇ ਵਿੱਚ ਡਿਵੈਲਪ ਹੁੰਦੀ ਹੈ ਉਹ ਹੈ ਜੀ ਲੇਟਰ ਚਾਈਲਡਹੁੱਡ। ਜਿਵੇਂ ਤੁਸੀਂ ਦੇਖਿਆ ਹੋਏਗਾ, ਇਸ ਸਟੇਜ ਦੇ ਵਿੱਚ ਜਿਹੜੇ ਬੱਚੇ ਹੁੰਦੇ ਨੇ ਉਹ ਅਗਰ ਤੁਸੀਂ ਉਹਨਾਂ ਨੂੰ ਡਾਂਟ ਦਿਓ ਜਾਂ ਉਹਨਾਂ ਨੂੰ ਕਿਸੇ ਚੀਜ਼ ਲਈ ਸਜ਼ਾ ਦਿਓ ਤਾਂ ਉਸ ਚੀਜ਼ ਲਈ ਸ਼ੇਮ ਫੀਲ ਕਰਦੇ ਨੇ, ਜਾਂ ਤੁਸੀਂ ਉਹਨਾਂ ਦੀ ਪ੍ਰੇਜ਼ ਕਰਦੇ ਹੋ, ਉਹਨਾਂ ਦੇ ਕਿਤੇ ਕੰਮ ਨੂੰ ਸਰਾਹਾਉਂਦੇ ਹੋ ਤਾਂ ਉਹ ਪ੍ਰਾਈਡ ਫੀਲ ਕਰਦੇ ਨੇ। ਸੋ ਗੁੱਡ ਬॉय ਔਰ ਗੁੱਡ ਗਰਲ ਬਣਨ ਦੀ ਕੋਸ਼ਿਸ਼ ਵੀ ਜਿਹੜਾ ਉਹ ਕਰਦੇ ਨੇ, ਯਾਨੀ ਕਿ ਜੋ ਵੀ ਸੋਸਾਇਟੀ ਜਿਸ ਵੀ ਚੀਜ਼ਾਂ ਨੂੰ ਸਹੀ ਕਹਿੰਦੀ ਹੋ ਉਸ ਦੇ ਅਕੋਰਡਿੰਗ, ਉਹਨਾਂ ਦੇ ਰੂਲਸ ਦੇ ਅਕੋਰਡਿੰਗ ਜਿਹੜਾ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦੇ ਨੇ। ਬਾਕੀ ਸ਼ੇਮ ਐਂਡ ਪ੍ਰਾਈਡ ਬਾਰੇ ਇਸ ਸਿਚੁਏਸ਼ਨ ਨੂੰ ਜਿਹੜਾ ਆਪਾਂ ਐਰਿਕ ਐਰਿਕਸਨ ਦੀ ਜੋ ਥਿਊਰੀ ਆ ਉਸ ਨੂੰ ਡਿਟੇਲ ਦੇ ਵਿੱਚ ਪੜਾਂਗੇ ਤਾਂ ਹੋਰ ਵੀ ਜ਼ਿਆਦਾ ਚੰਗੀ ਤਰ੍ਹਾਂ ਚੀਜ਼ ਕਲੀਅਰ ਹੋ ਜਾਏਗੀ। ਫਿਲਹਾਲ ਇਹ ਕਿ ਸ਼ੇਮ ਔਰ ਪ੍ਰਾਈਡ ਦੀ ਜਿਹੜੀ ਸਿਚੁਏਸ਼ਨ ਉਹ ਲੇਟਰ ਚਾਈਲਡਹੁੱਡ ਦੀ ਏਜ ਦੇ ਵਿੱਚ ਜਿਹੜੀ ਡਿਵੈਲਪ ਹੁੰਦੀ ਹੈ। ਸੋਸ਼ਲ ਡਿਵੈਲਪਮੈਂਟ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ, ਕਿਉਂਕਿ ਪੀਅਰ ਗਰੁੱਪ ਦੇ ਨਾਲ ਜਿਹੜਾ ਗੱਲਬਾਤ ਕਰਨ ਲੱਗਦੇ ਆ, ਪੀਅਰ ਗਰੁੱਪ ਦੇ ਨਾਲ ਇੰਟਰੈਕਸ਼ਨ ਹੁੰਦੀ ਹੈ, ਸਕੂਲ ਜਾਂਦੇ ਆ, ਸੋਸ਼ਲੀ ਜਿਹੜੀ ਉਹਨਾਂ ਦੀ ਇੰਟਰੈਕਸ਼ਨ ਜਿਹੜੀ ਉਹ ਵੱਧ ਜਾਂਦੀ ਹੈ। ਡਿਵੈਲਪਮੈਂਟ ਇਸ ਸਟੇਜ ਦੇ ਵਿੱਚ ਕਾਫੀ ਜਿਹੜੀ ਹੈ ਉਹ ਸਟਾਰਟ ਹੋ ਜਾਂਦੀ ਹੈ। ਹਾਂਜੀ, ਨੈਕਸਟ ਆਪਣੇ ਪਾਸ ਅਡੋਲਸੈਂਸ ਏਜ ਔਰ ਪੁਬਰਟੀ, ਜੋ 13 ਤੋਂ 19 ਸਾਲ ਤੱਕ ਦੀ ਹੁੰਦੀ ਹੈ, ਅਡੋਲਸੈਂਸ ਏਜ ਔਰ ਪੁਬਰਟੀ। ਸਭ ਤੋਂ ਜ਼ਿਆਦਾ ਇੰਪੋਰਟੈਂਟ ਇਹਦੀ ਲਾਈਨ ਹੈ ਜੋ ਸਟੇਨਲੇ ਹੋਲ ਨੇ ਇਸ ਨੂੰ ਦਿੱਤੀ ਹੈ। ਇਸ ਨੂੰ ਅਕਸਰ ਕੁਐਸਚਨਸ ਦੇ ਵਿੱਚ ਪੁੱਛਿਆ ਜਾਂਦਾ ਹੈ ਕਿ ਇਸੇ ਏਜ ਨੂੰ ਸਟ੍ਰੈਸ ਐਂਡ ਸਟੋਰਮ ਏਜ ਵੀ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਤਣਾਵ ਜਿਹੜਾ ਹੈ ਜਾਂ ਇਮੋਸ਼ਨਸ ਦਾ ਜਿਹੜਾ ਤੂਫਾਨ ਆਇਆ ਹੋਇਆ ਹੁੰਦਾ ਹੈ, ਸੋ ਇਸੇ ਏਜ ਦੇ ਵਿੱਚ ਹੁੰਦਾ ਹੈ। ਮੋਸਟ ਕ੍ਰਿਟੀਕਲ ਸਟੇਜ ਇਸ ਸਟੇਜ ਨੂੰ ਕਿਹਾ ਜਾਂਦਾ ਹੈ। ਹਾਂਜੀ, ਇਸ ਨੂੰ ਪੰਜਾਬੀ ਦੇ ਵਿੱਚ ਕਿਸ਼ੋਰ ਅਵਸਥਾ ਵੀ ਕਿਹਾ ਜਾਂਦਾ ਹੈ। ਸੋ ਮੋਸਟ ਕ੍ਰਿਟੀਕਲ ਸਟੇਜ ਇਸ ਨੂੰ ਬੋਲਿਆ ਗਿਆ। ਸਟੇਜ ਆਫ ਆਇਡੈਂਟੀਟੀ ਕ੍ਰਾਈਸਿਸ ਇਸ ਨੂੰ ਬੋਲਿਆ ਜਾਂਦਾ ਹੈ। ਇਹ ਚੀਜ਼ ਵੀ ਤੁਸੀਂ ਯਾਦ ਰੱਖਿਓ, ਕਿਉਂਕਿ ਇਸ ਦੇ ਵਿੱਚ ਜਿਹੜਾ ਬੱਚਾ ਹੁੰਦਾ ਨਾ ਤਾਂ ਪੂਰੀ ਤਰ੍ਹਾਂ ਚਾਈਲਡ ਹੁੰਦਾ ਤੇ ਨਾ ਹੀ ਪੂਰੀ ਤਰ੍ਹਾਂ ਅਡਲਟ ਹੁੰਦਾ। ਉਹ ਬੱਚੇ ਤੋਂ ਥੋੜਾ ਬੜਾ ਹੋ ਚੁੱਕਿਆ ਹੁੰਦਾ ਤੇ ਪੂਰੀ ਤਰ੍ਹਾਂ ਅਡਲਟ ਨਹੀਂ ਹੁੰਦਾ। ਸੋ ਆਇਡੈਂਟੀਟੀ ਕ੍ਰਾਈਸਿਸ ਜਿਹੜੇ ਇਸ ਦੇ ਵਿੱਚ ਕਾਫੀ ਹੁੰਦੇ ਆ। ਸੋ ਇਸੇ ਚੀਜ਼ ਨੂੰ ਲੈ ਕੇ ਜਿਹੜਾ ਉਹ ਸਟ੍ਰੈਸ ਦੇ ਵਿੱਚ ਰਹਿੰਦਾ। ਇਹ ਇੱਕ ਪੀਰੀਅਡ ਹੁੰਦਾ ਜਿਸ ਦੇ ਵਿੱਚ ਬੱਚੇ ਕਾਫੀ ਫੇਸ ਕਰਦੇ ਆ ਸੋਸ਼ਲ, ਬਾਇਓਲੋਜੀਕਲ ਐਂਡ ਪਰਸਨਲ ਚੇਂਜਸ। ਉਹਨਾਂ ਦੇ ਵਿੱਚ ਸੋਸ਼ਲ, ਬਾਇਓਲੋਜੀਕਲ ਉਹਨਾਂ ਦੀ ਜਿਹੜੀ ਬਾਇਓਲੋਜੀਕਲ ਚੇਂਜਸ ਹੁੰਦੀਆਂ ਨੇ ਉਹ ਵੀ ਇਸੇ ਪੀਰੀਅਡ ਦੇ ਵਿੱਚ ਆ ਰਹੀਆਂ ਹੁੰਦੀਆਂ ਨੇ। ਹਾਰਮੋਨਲ ਚੇਂਜਸ ਹੁੰਦੀਆਂ ਨੇ, ਫਿਜ਼ੀਕਲ ਚੇਂਜਸ ਹੁੰਦੀਆਂ ਨੇ, ਮੈਂਟਲ ਚੇਂਜ ਹੁੰਦਾ, ਇਮੋਸ਼ਨਲ ਚੇਂਜਸ, ਇਮੋਸ਼ਨ ਦਾ ਤਾਂ ਪੂਰਾ ਤੂਫਾਨ ਉਹਨਾਂ ਦਾ ਆਇਆ ਹੋਇਆ ਹੁੰਦਾ ਇਸ ਪੀਰੀਅਡ ਦੇ ਵਿੱਚ। ਸੋ ਇਹ ਸਾਰੀਆਂ ਚੇਂਜਸ ਹੋਣ ਦੇ ਕਰਕੇ ਜਿਹੜਾ ਇੱਕ ਬੱਚਾ ਕਾਫੀ ਜਿਹੜਾ ਪਰੇਸ਼ਾਨ ਇਸ ਦੇ ਵਿੱਚ ਰਹਿੰਦਾ ਹੈ। ਇਸੇ ਕਰਕੇ ਇਸ ਨੂੰ ਸਟ੍ਰੈਸ ਐਂਡ ਸਟੋਰਮ ਦੀ ਏਜ ਕਿਹਾ ਗਿਆ। ਟ੍ਰਾਂਜੀਸ਼ਨਲ ਸਟੇਜ ਇਸ ਨੂੰ ਬੋਲਿਆ ਜਾਂਦਾ ਹੈ, ਕਿਉਂਕਿ ਇਸ ਦੇ ਵਿੱਚ ਨਾ ਤਾਂ ਚਾਈਲਡ ਹੁੰਦਾ ਤੇ ਨਾ ਹੀ ਅਡਲਟ, ਇੱਕ ਵਿੱਚ ਦੀ ਸਟੇਜ ਹੁੰਦੀ ਹੈ ਜਿਸ ਦੇ ਵਿੱਚ ਉਹ ਚਾਈਲਡ ਤੋਂ ਅਡਲਟ ਬਣ ਰਿਹਾ ਹੁੰਦਾ। ਤਾਂ ਟ੍ਰਾਂਜੀਸ਼ਨਲ ਚੇਂਜ ਵਾਲੀ ਸਟੇਜ ਹੁੰਦੀ ਹੈ, ਔਰ ਇਸ ਕਰਕੇ ਸਭ ਤੋਂ ਜ਼ਿਆਦਾ ਚੇਂਜਸ ਵੀ ਉਹਨਾਂ ਦੇ ਇਸੇ ਏਜ ਦੇ ਵਿੱਚ ਆਉਂਦੇ ਆ, ਚਾਹੇ ਉਹ ਫਿਜ਼ੀਕਲ ਹੋਵੇ, ਹਾਰਮੋਨਲ ਹੋਣ, ਇਮੋਸ਼ਨਲ ਚੇਂਜਸ ਹੋਣ। ਤਾਂ ਸਾਰੇ ਚੇਂਜਸ ਜਿਹੜੇ ਆ ਇਸ ਸਟੇਜ 'ਤੇ ਆਉਂਦੇ ਆ। ਸੋ ਇਸ ਕਰਕੇ ਚੇਂਜਸ ਆਉਣ ਕਰਕੇ ਬਹੁਤ ਜ਼ਿਆਦਾ ਚੇਂਜ ਹਰ ਇੱਕ ਲੈਵਲ 'ਤੇ ਆ ਰਿਹਾ ਹੁੰਦਾ, ਅਤੇ ਉਹ ਇੱਕ ਚਾਈਲਡ ਤੋਂ ਅਡਲਟ ਵੱਲ ਦਾ ਟ੍ਰਾਂਜੀਸ਼ਨ ਹੋ ਰਿਹਾ ਹੁੰਦਾ। ਸੋ ਇਸ ਕਰਕੇ ਉਹਦਾ ਜਿਹੜਾ ਸੁਭਾਅ ਹੈ ਉਹ ਕਾਫੀ ਅਗਰੈਸਿਵ ਵੀ ਹੋ ਜਾਂਦਾ, ਕਿਉਂਕਿ ਆਪਣੇ ਸਟ੍ਰੈਸ ਨੂੰ, ਇਸ ਸਟੋਰਮ ਨੂੰ, ਇਹਨਾਂ ਜਿਹੜੇ ਇਮੋਸ਼ਨਸ ਹੈ ਉਹਨਾਂ ਦਾ ਸਟੋਰਮ ਜੋ ਆਇਆ ਹੁੰਦਾ ਉਸਨੂੰ ਉਹ ਹੈਂਡਲ ਨਹੀਂ ਕਰ ਪਾ ਰਿਹਾ ਹੁੰਦਾ। ਸੋ ਇਸ ਲਈ ਉਹਨਾਂ ਦਾ ਸੁਭਾਅ ਜਿਹੜਾ ਕਾਫੀ ਸਟੇਜ 'ਤੇ ਜਿਹੜੇ ਅਗਰੈਸਿਵ ਹੋ ਜਾਂਦਾ। ਇਹ ਉਹ ਸਟੇਜ ਹੈ ਜਿਸ ਦੇ ਵਿੱਚ ਕਾਫੀ ਜ਼ਿਆਦਾ ਅਬਸਟਰੈਕਟ ਔਰ ਲੌਜੀਕਲ ਹੋ ਜਾਂਦਾ ਹੈ, ਯਾਨੀ ਕਿ ਉਹਦੇ ਹਰ ਇੱਕ ਚੀਜ਼ ਜਿਹੜੀ ਹੈ ਉਸਨੂੰ ਤੁਸੀਂ ਡਰਿਲ ਨਾਲ ਜਾਂ ਸਿਰਫ ਰੱਟਾ ਮਰਵਾ ਕੇ ਜਿਹੜੀ ਉਸਨੂੰ ਨਹੀਂ ਕਹਿ ਸਕਦੇ। ਉਸਨੂੰ ਹਰ ਇੱਕ ਚੀਜ਼ ਦੇ ਪਿੱਛੇ ਲੌਜਿਕ ਚਾਹੀਦਾ ਕਿ ਇਹ ਚੀਜ਼ ਹੋ ਰਹੀ ਹੈ ਤਾਂ ਕਿਉਂ ਹੋ ਰਹੀ ਹੈ। ਸੋ ਇਸ ਦੇ ਪਿੱਛੇ ਅਬਸਟਰੈਕਟ ਔਰ ਲੌਜੀਕਲ ਜਿਹੜੀ ਰੀਜ਼ਨਿੰਗ ਉਹਦੀ ਕਾਫੀ ਡਿਵੈਲਪ ਹੋ ਜਾਂਦੀ ਹੈ। ਪੀਅਰ ਕਨਫਰਮਿਟੀ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਹੁੰਦੀ ਹੈ। ਐਕਟਿਵਲੀ ਪਾਰਟੀਸਿਪੇਟ ਕਰਦਾ ਆਪਣੀ ਪੀਅਰ ਗਰੁੱਪ ਦੇ ਵਿੱਚ, ਕਿਉਂਕਿ ਉਹ ਸਟੇਜ ਹੁੰਦੀ ਹੈ ਜਿਸ ਦੇ ਵਿੱਚ ਇੱਕ ਬੱਚੇ ਦੇ ਉੱਤੇ ਆਪਣੇ ਪੇਰੈਂਟਸ ਔਰ ਟੀਚਰਸ ਨਾਲੋਂ ਆਪਣੇ ਜਿਹੜੇ ਫਰੈਂਡਸ ਹੈ ਉਹਨਾਂ ਦਾ ਜੋ ਪੀਅਰ ਗਰੁੱਪ ਹੈ ਉਸ ਦਾ ਜ਼ਿਆਦਾ ਪ੍ਰਭਾਵ ਪੈਂਦਾ ਹੈ। ਜੋ ਉਸਦੇ ਪੀਅਰ ਗਰੁੱਪ ਕਰਦੇ ਆ, ਜਿਸ ਤਰ੍ਹਾਂ ਦਾ ਕਹਿੰਦੇ ਆ,
ਜੋ ਉਹ ਮੰਨਦੇ ਆ ਤਾਂ ਇੱਕ ਬੱਚਾ ਵੀ ਜਿਹੜਾ ਉਹੀ ਮੰਨਦਾ, ਉਸਨੂੰ ਸਭ ਤੋਂ ਜ਼ਿਆਦਾ ਐਕਸੈਪਟੈਂਸ ਚਾਹੀਦੀ ਹੁੰਦੀ ਹੈ ਆਪਣੀ ਪੀਅਰ ਗਰੁੱਪ ਦੀ। ਉਹ ਕੁਝ ਵੀ ਐਸਾ ਨਹੀਂ ਕਰਨਾ ਚਾਹੁੰਦਾ ਜਿਸ ਦੇ ਕਰਕੇ ਉਸਦੇ ਦੋਸਤ ਜੋ ਉਸਨੂੰ, ਉਸਦੇ ਜੋ ਫਰੈਂਡਸ ਹੈ, ਉਸਦਾ ਜੋ ਪੀਅਰ ਗਰੁੱਪ ਹੈ ਉਸਨੂੰ ਛੱਡ ਦੇਵੇ, ਕਿਉਂਕਿ ਉਹਨੂੰ ਹਰ ਹਾਲ ਦੇ ਵਿੱਚ ਆਪਣਾ ਪੀਅਰ ਗਰੁੱਪ ਚਾਹੀਦਾ ਹੁੰਦਾ। ਸੋ ਉਹ ਉਹੀ ਚੀਜ਼ ਕਰਦਾ ਜੋ ਉਸਦਾ ਪੀਅਰ ਗਰੁੱਪ ਉਸਨੂੰ ਕਹਿੰਦਾ। ਸੋ ਇਸ ਲਈ ਕਹਿੰਦੇ ਇਸ ਏਜ ਦੇ ਵਿੱਚ ਉਹਨਾਂ ਬੱਚਿਆਂ ਦੀ ਜਿਹੜੀ ਸੰਗਤ ਹੈ ਉਹ ਸਭ ਤੋਂ ਵਧੀਆ ਹੋਣੀ ਚਾਹੀਦੀ ਹੈ। ਅਦਰਵਾਈਜ਼ ਅਗਰ ਉਹਨਾਂ ਦੀ ਸੰਗਤ ਜਿਹੜੀ ਹੈ ਉਹ ਬੁਰੀ ਹੋ ਗਈ ਤਾਂ ਬੱਚੇ ਬੁਰੀਆਂ ਆਦਤਾਂ ਦੇ ਵਿੱਚ ਪੈ ਜਾਂਦੇ ਆ, ਕਿਉਂਕਿ ਉਹਨਾਂ ਦੇ ਉੱਤੇ ਉਹਨਾਂ ਦੇ ਪੀਅਰ ਗਰੁੱਪ ਦਾ ਬਹੁਤ ਜ਼ਿਆਦਾ ਇਫੈਕਟ ਜਿਹੜਾ ਦੇਖਣ ਨੂੰ ਮਿਲਦਾ। ਇਸ ਏਜ ਦੇ ਰਿਜ਼ਲਟਸ ਕੀ ਹੋ ਸਕਦੇ ਆ? ਅਗਰ ਏਜ ਦੇ ਜਿਹੜੇ ਰਿਜ਼ਲਟਸ ਉਹ ਅੱਛੇ ਨਿਕਲ ਕੇ ਆਉਂਦੇ ਤਾਂ ਬੱਚਾ ਵੀ ਇੱਕ ਮੈਚੁਰ ਪਰਸਨ ਨਿਕਲ ਕੇ ਆਉਂਦਾ। ਅਦਰਵਾਈਜ਼ ਉਹ ਇਮੈਚੁਰ ਵੀ ਬਣ ਜਾਂਦਾ, ਜੋ ਕਿ ਲੰਬੀ ਦੇਰ ਤੱਕ ਜਿਹੜਾ ਉਸਦੇ ਵਿੱਚ, ਅਗਰ ਇਸ ਦੇ ਵਿੱਚ ਬੈਡ ਹੈਬਿਟਸ ਕ੍ਰੀਏਟ ਹੋ ਗਈਆਂ ਤਾਂ ਲੰਬੀਆਂ ਆਦਤਾਂ ਬਣ ਜਾਂਦੀਆਂ ਨੇ, ਕਾਫੀ ਲੰਬੀ ਉਮਰ ਤੱਕ ਜਿਹੜੇ ਉਸਦੇ ਨਾਲ ਰਹਿੰਦੀਆਂ ਨੇ। ਇਸ ਏਜ ਦੇ ਵਿੱਚ ਸਟ੍ਰਿਕਨੈਸ ਜਿਹੜੀ ਉਹਨਾਂ ਬੱਚਿਆਂ ਨਾਲ ਨਹੀਂ ਵਰਤਣੀ ਚਾਹੀਦੀ, ਕਿਉਂਕਿ ਜਿੰਨੀ ਜ਼ਿਆਦਾ ਤੁਸੀਂ ਇਸ ਸਟੇਜ ਦੇ ਵਿੱਚ ਉਹਨਾਂ ਨਾਲ ਸਟ੍ਰਿਕਨੈਸ ਯੂਜ਼ ਕਰੋਗੇ ਉਨੇ ਜ਼ਿਆਦਾ ਉਹ ਉਹੀ ਕੰਮ ਕਰਨਗੇ ਜਿਸ ਤੋਂ ਤੁਸੀਂ ਉਹਨਾਂ ਨੂੰ ਰੋਕੋਗੇ ਅਤੇ ਜਿਸ ਨਾਲ ਉਹਨਾਂ ਦੇ ਵਿੱਚ ਬੈਡ ਹੈਬਿਟਸ ਉਹਨਾਂ ਨੂੰ ਲੱਗ ਜਾਣਗੀਆਂ। ਇਸ ਸਟੇਜ ਦੇ ਵਿੱਚ ਸਭ ਤੋਂ ਜ਼ਿਆਦਾ ਉਹਨਾਂ ਨੂੰ ਫਰੀਡਮ ਦੇਣੀ ਚਾਹੀਦੀ ਹੈ, ਯਾਨੀ ਕਿ ਉਹਨਾਂ ਨੂੰ ਆਜ਼ਾਦੀ ਦੇਣੀ ਚਾਹੀਦੀ ਹੈ, ਜਿਸ ਨਾਲ ਉਹ ਆਪਣੇ ਮੁਸ਼ਕਿਲਾਂ ਦਾ ਹੱਲ ਜਿਹੜਾ ਉਹ ਖੁਦ ਤੋਂ ਕਰਨ, ਲੇਕਿਨ ਰਿਸਪੌਂਸਿਬਿਲਿਟੀ ਜਿਹੜੀ ਉਹ ਨਹੀਂ ਹੋਣੀ ਚਾਹੀਦੀ। ਆਜ਼ਾਦੀ ਦਿਓ ਲੇਕਿਨ ਲਾਪਰਵਾਹੀ ਨਾ ਵਰਤੋ। ਤੀਸਰੀ ਸਟੇਜ 'ਤੇ ਬਹੁਤ ਜ਼ਿਆਦਾ ਕਾਉਂਸਲਿੰਗ ਜਿਹੜੀ ਆ ਕਰਵਾਈ ਜਾਂਦੀ ਹੈ, ਬਹੁਤ ਸਾਰੇ ਕਾਉਂਸਲਰਸ ਹੁੰਦੇ ਨੇ ਸਟੇਜ ਦੇ ਲਈ, ਬੱਚਿਆਂ ਲਈ ਵੀ ਔਰ ਪੇਰੈਂਟਸ ਲਈ ਵੀ ਜਿਹੜੀ ਕਾਉਂਸਲਿੰਗ ਅਵੇਲੇਬਲ ਹੁੰਦੀ ਹੈ। ਸੋ ਸਭ ਤੋਂ ਪਹਿਲਾ ਸਟੇਜ ਆਪਾਂ ਦੇਖਿਆ ਜੀ ਪ੍ਰੀਨੇਟਲ ਪੀਰੀਅਡ, ਜਿਸ ਨੂੰ ਗਰਭ ਅਵਸਥਾ ਕਹਿੰਦੇ ਆ। ਉਸ ਤੋਂ ਬਾਅਦ ਆਪਾਂ ਦੇਖਿਆ ਇਨਫੈਂਸੀ ਸਟੇਜ, ਜਿਹਨੂੰ ਪਿਆਜੇ ਨੇ ਸੈਂਸਰੀ ਮੋਟਰ ਸਟੇਜ ਵੀ ਕਿਹਾ, ਜੋ 0 ਤੋਂ 2 ਸਾਲ ਤੱਕ ਦੀ ਹੁੰਦੀ ਹੈ। ਉਸ ਤੋਂ ਬਾਅਦ ਆਪਾਂ ਪੜ੍ਹਿਆ ਜੀ ਇਹਦੇ ਵਿੱਚ ਚਾਈਲਡਹੁੱਡ ਸਟੇਜ, ਯਾਨੀ ਕਿ ਬਾਲ ਅਵਸਥਾ, ਜੋ ਕਿ ਅੱਗੇ 2 ਭਾਗਾਂ ਵਿੱਚ ਵੰਡੀ ਜਾਂਦੀ ਹੈ। ਸਭ ਤੋਂ ਪਹਿਲਾਂ ਅਰਲੀ ਚਾਈਲਡਹੁੱਡ, ਜਿਸ ਨੂੰ ਮੁੱਢਲੀ ਬਾਲ ਅਵਸਥਾ ਵੀ ਕਿਹਾ ਜਾਂਦਾ, ਜੋ 2 ਤੋਂ 6 ਸਾਲ ਤੱਕ ਦੀ ਹੁੰਦੀ ਹੈ। ਤੇ ਉਸ ਤੋਂ ਬਾਅਦ ਆਪਾਂ ਪੜ੍ਹਿਆ ਜੀ ਲੇਟਰ ਚਾਈਲਡਹੁੱਡ, ਜੋ ਕਿ ਪਿਛਲੀ ਬਾਲ ਅਵਸਥਾ ਵੀ ਕਿਹਾ ਜਾਂਦਾ, ਜੋ 6 ਤੋਂ 12 ਸਾਲ ਤੱਕ ਦੀ ਹੁੰਦੀ ਹੈ। ਉਸ ਤੋਂ ਬਾਅਦ ਆਪਾਂ ਪੜ੍ਹਿਆ ਜੀ ਅਡੋਲਸੈਂਸ ਔਰ ਪਵਰਟੀ, ਜੋ ਕਿ ਜਿਸ ਨੂੰ ਕਿਸ਼ੋਰ ਅਵਸਥਾ ਕਿਹਾ ਜਾਂਦਾ। ਸੋ ਸਾਰੀ ਹੀ ਆਪਾਂ ਡਿਟੇਲ ਦੇ ਵਿੱਚ ਚੰਗੀ ਤਰ੍ਹਾਂ ਇਸ ਚੀਜ਼ ਨੂੰ ਸਮਝ ਚੁੱਕੇ ਹਾਂ। ਉਸ ਤੋਂ ਬਾਅਦ ਆਪਾਂ ਕਰਦੇ ਹਾਂ ਜੀ ਵੋਕੈਬਲਰੀ ਡਿਵੈਲਪਮੈਂਟ, ਕਿ ਹਰ ਇੱਕ ਸਟੇਜ 'ਤੇ ਜੋ ਵੋਕੈਬਲਰੀ ਡਿਵੈਲਪਮੈਂਟ ਹੈ ਉਹ ਬੱਚੇ ਦੀ ਕਿੰਨੀ ਹੋ ਜਾਂਦੀ ਹੈ, ਕਿਉਂਕਿ ਇਸ 'ਤੇ ਕੁਐਸਚਨ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਕਿਸ ਸਾਲ ਤੱਕ ਜਾਂ ਕਿੰਨੇ ਮਹੀਨੇ ਤੱਕ ਦੇ ਬੱਚੇ ਦੇ ਵਿੱਚ ਕਿੰਨੇ ਵਰਡਸ ਜਿਹੜੇ ਵੋਕੈਬਲਰੀ ਦੇ ਡਿਵੈਲਪ ਹੋ ਜਾਂਦੇ ਆ। ਸੋ ਇਹ ਆਪਾਂ ਕਰਦੇ ਹਾਂ। ਸਭ ਤੋਂ ਪਹਿਲਾਂ ਹੈਗਾ ਜੀ 1 ਸਾਲ ਤੱਕ ਦਾ ਜਿਹੜਾ ਬੱਚਾ ਹੁੰਦਾ, ਯਾਨੀ ਕਿ 12 ਮਹੀਨੇ ਦੇ ਅੰਦਰ ਅੰਦਰ ਉਸ ਬੱਚੇ ਦੇ ਵਿੱਚ ਇੱਕ ਤਾਂ ਬੈਬਲਿੰਗ ਜਿਹੜੀ ਸਭ ਤੋਂ ਪਹਿਲਾਂ ਕਰਨੀ ਸਿੱਖਦਾ ਹੈ, ਮਾਮਾ, ਦਾਦਾ, ਬਾਬਾ, ਇੱਦਾਂ ਦੇ ਜੋ ਵਰਡਸ ਆ ਉਹ ਕਰਨੀ ਸ਼ੁਰੂ ਕਰਦਾ ਹੈ, ਸਿੱਖਣੇ ਸ਼ੁਰੂ ਕਰਦਾ ਹੈ। ਅਤੇ 1 ਸਾਲ ਹੁੰਦੇ ਹੁੰਦੇ 12 ਮੰਥਸ ਦਾ ਇੱਕ ਬੱਚਾ ਹੁੰਦਾ ਉਹ 2 ਤੋਂ 6 ਵਰਡਸ ਜਿਹੜੇ ਆ ਉਹ ਹੋਰ ਉਸਦੇ ਡਿਵੈਲਪ ਹੋ ਜਾਂਦੇ ਆ, ਅਦਰ ਦੈਨ ਦਿਸ ਬੈਬਲਿੰਗ। ਤਾਂ ਬੈਬਲਿੰਗ ਯਾਨੀ ਕਿ ਇੱਦਾਂ ਦੇ ਵਰਡਸ ਬੋਲਣ ਤੋਂ ਇਲਾਵਾ ਉਸਦੇ 2 ਤੋਂ 6 ਤੱਕ ਸ਼ਬਦ ਜਿਹੜੇ ਆ ਹੋਰ ਉਸਦੀ ਵੋਕੈਬਲਰੀ ਦੇ ਵਿੱਚ ਡਿਵੈਲਪ ਹੋ ਜਾਂਦੇ ਆ। ਸੋ 15 ਮਹੀਨੇ ਹੁੰਦੇ ਹੁੰਦੇ ਤੱਕ ਉਸਦੇ 10 ਸ਼ਬਦ ਜਿਹੜੇ ਆ ਉਸਦੀ ਵੋਕੈਬਲਰੀ ਦੇ ਵਿੱਚ ਡਿਵੈਲਪ ਹੋ ਜਾਂਦੇ ਆ। ਅਤੇ ਉਸ ਤੋਂ ਬਾਅਦ 1.5 ਸਾਲ ਦਾ ਜਿਹੜਾ ਬੱਚਾ ਹੁੰਦਾ, ਯਾਨੀ ਕਿ 18 ਮਹੀਨੇ ਤੱਕ ਆਉਂਦੇ ਹੋਏ ਉਸਦੇ 50 ਵਰਡਸ ਜਿਹੜੇ ਆ ਉਹਦੀ ਵੋਕੈਬਲਰੀ ਦੇ ਵਿੱਚ ਡਿਵੈਲਪ ਹੋ ਜਾਂਦੇ ਆ। ਉਸ ਤੋਂ ਬਾਅਦ 2 ਸਾਲ ਤੱਕ ਦਾ ਜਦੋਂ ਬੱਚਾ ਹੁੰਦਾ, ਯਾਨੀ ਕਿ 24 ਮੰਥ ਤੱਕ ਜਿਹੜਾ ਉਸਦੇ 200 ਤੋਂ 300 ਵਰਡਸ ਜਿਹੜੇ ਆ ਉਸਦੀ ਵੋਕੈਬਲਰੀ ਦੇ ਵਿੱਚ ਡਿਵੈਲਪ ਹੋ ਜਾਂਦੇ ਆ। 200 ਤੋਂ 300 ਇੱਕ ਰੇਂਜ ਹੈਗੀ ਹੈ, ਕਿਤੇ ਵੀ ਜਿਹੜੇ ਆ ਕਿੰਨੇ ਵੀ ਵਰਡ ਜਿਹੜੇ ਆ ਕਿਸੇ ਬੱਚੇ ਦੇ ਘੱਟ ਕਿਸੇ ਦੇ ਜ਼ਿਆਦਾ ਜਿਹੜੇ ਆ ਤਕਰੀਬਨ 200 ਤੋਂ 300 ਦੇ ਤੱਕ ਵਿੱਚ ਜਿਹੜੇ ਆ ਉਹਨਾਂ ਦੇ ਵਰਡਸ ਜਿਹੜੇ ਡਿਵੈਲਪ ਹੋ ਜਾਂਦੇ ਆ। ਉਸ ਤੋਂ ਬਾਅਦ 2.5 ਸਾਲ ਦਾ ਜਦੋਂ ਇੱਕ ਬੱਚਾ ਹੋ ਜਾਂਦਾ, ਯਾਨੀ ਕਿ 30 ਮੰਥ ਤੱਕ ਉਸਦੇ ਜਿਹੜੇ 450 ਵਰਡਸ ਜਿਹੜੇ ਡਿਵੈਲਪ ਹੋ ਜਾਂਦੇ ਆ। 30 ਮੰਥ ਤੱਕ ਆਉਂਦੇ ਜਿਹੜੇ ਉਸਦੇ 1000 ਵਰਡਸ ਉਸਦੀ ਵੋਕੈਬਲਰੀ ਦੇ ਵਿੱਚ ਡਿਵੈਲਪ ਹੋ ਜਾਂਦੇ ਆ। ਸੋ ਤੁਸੀਂ ਇਸ ਚੀਜ਼ ਨੂੰ ਯਾਦ ਕਰ ਲਓ, ਨੋਟ ਕਰ ਲਓ ਕਿ ਮੰਥ ਤੱਕ ਜਾਂ ਕਿੰਨੇ ਸਾਲ ਤੱਕ ਦੇ ਬੱਚੇ ਦੇ ਕਿੰਨੀ ਵੋਕੈਬਲਰੀ ਡਿਵੈਲਪ ਹੋ ਜਾਂਦੀ ਹੈ। ਬਾਕੀ ਤੁਸੀਂ ਕੁਐਸਚਨ ਦੇ ਵਿੱਚ ਦੇਖਣਾ ਕਿ ਤੁਹਾਨੂੰ ਆਪਸ਼ਨਸ ਕਿੰਨੇ ਦਿੱਤੇ ਹੋਏ ਨੇ, ਕਿਹੜੇ ਦਿੱਤੇ ਹੋਏ ਨੇ, ਅਤੇ ਉਹਨਾਂ ਆਪਸ਼ਨਸ ਦੇ ਅਕੋਰਡਿੰਗ ਕਈ ਵਾਰ ਐਗਜ਼ੈਕਟ ਆਪਸ਼ਨਸ ਨਹੀਂ ਹੁੰਦੇ ਕਿ 10 ਜਾਂ 50 ਇੱਦਾਂ ਕਰਕੇ ਨਹੀਂ ਲਿਖੇ ਹੋਣਗੇ, ਇਸਦੇ ਨੇੜੇ ਤੇੜੇ ਦੇ ਕੋਈ ਲਿਖੇ ਹੋਣਗੇ ਜਾਂ ਐਵਰੇਜ ਕਰਕੇ ਲਿਖੇ ਹੋਣਗੇ। ਤਾਂ ਤੁਸੀਂ ਦੇਖਣਾ ਕਿ ਤੁਹਾਡੇ ਕੁਐਸਚਨ ਦੇ ਵਿੱਚ ਕੀ ਆਪਸ਼ਨਸ ਦਿੱਤੇ ਹੋਏ ਆ। ਸੋ ਉਸਦੇ ਅਕੋਰਡਿੰਗ ਤੁਹਾਨੂੰ ਸਹੀ ਜਿਹੜਾ ਉਸਦੇ ਵਿੱਚ ਆਪਸ਼ਨ ਜਿਹੜਾ ਲਗਾਉਣਾ ਹੁੰਦਾ। ਰਿਗਾਰਡਿੰਗ ਕੁਐਸਚਨ ਆਪਾਂ MCQ ਦੀ ਸੀਰੀਜ਼ ਦੇ ਵਿੱਚ ਰੱਖੇ ਹੋਏ ਆ, ਜ਼ਰੂਰ ਦੇਖਿਓ। ਉਸਦਾ ਲਿੰਕ ਤੁਹਾਨੂੰ ਆਈ ਬਟਨ 'ਤੇ ਕਲਿੱਕ ਕਰਕੇ ਮਿਲ ਜਾਏਗਾ। ਸੋ ਇਸ ਦੇ ਵਿੱਚ ਅੱਜ ਆਪਾਂ ਗੱਲ ਕੀਤੀ ਜੀ ਸਟੇਜਸ ਆਫ ਡਿਵੈਲਪਮੈਂਟ ਦੀ। ਅਲੱਗ-ਅਲੱਗ ਸਟੇਜਸ ਆਫ ਡਿਵੈਲਪਮੈਂਟ ਆਪਾਂ ਦੇਖੀਆਂ, ਹਰ ਇੱਕ ਸਟੇਜ 'ਤੇ ਕਿਹੜੇ ਉਸਦੇ ਕਰੈਕਟਰਿਸਟਿਕਸ ਹੁੰਦੇ ਨੇ, ਯਾਨੀ ਕਿ ਕੀ ਕੁਛ ਉਹਨਾਂ ਦੇ ਸਟੇਜਸ ਦੇ ਵਿੱਚ ਡਿਵੈਲਪ ਹੋ ਜਾਂਦਾ ਹੈ, ਪਲੱਸ ਵੋਕੈਬਲਰੀ ਡਿਵੈਲਪਮੈਂਟ ਜਿਹੜੀ ਆਪਾਂ ਇਸ ਸਟੇਜਸ ਦੇ ਵਿੱਚ ਦੇਖ ਚੁੱਕੇ ਹਾਂ। ਇਹ ਸੀਗੀ ਅੱਜ ਦੀ ਵੀਡੀਓ ਦੇ ਵਿੱਚ। ਨੈਕਸਟ ਵੀਡੀਓ ਦੇ ਵਿੱਚ ਆਪਾਂ ਪ੍ਰਿੰਸੀਪਲਸ ਆਫ ਡਿਵੈਲਪਮੈਂਟ ਦੀ ਗੱਲ ਕਰਾਂਗੇ। ਸੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਅਤੇ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣਾ। ਪਰ ਕਈ ਵਾਰ ਤੁਹਾਡੇ ਤੱਕ YouTube ਦੀ ਨੋਟੀਫਿਕੇਸ਼ਨ ਨਹੀਂ ਪਹੁੰਚ ਪਾਉਂਦੀ, ਤਾਂ ਪਲੀਜ਼ ਟੈਲੀਗ੍ਰਾਮ ਚੈਨਲ ਨੂੰ ਜ਼ਰੂਰ ਜੁਆਇਨ ਕਰੋ। ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਥੈਂਕ ਯੂ।